अस्सलामुअलैकुम वरहमतुल्लाहि वबरकातुहू। भाजी तुसीं किन्ने वीडियो क्लिप देखे ने कि पाकिस्तान ने इंडिया के फलां जगह पर हमला किया, वो शायद तबाह हो गई। पाकिस्तान ने हमला किया, इंडिया की फलां शायद तबाह हो गई। पाकिस्तान ने हमला किया, इन्हें त्यारे सिर छड़े ने, इन्हें ड्रोन सिर छड़े ने, इन्हें पायलट गिरफ्तार, इन्हें पायलट मार छड़े, इन्हें फौजी मार छड़े। तुसीं कली कली वीडियो देखी, स्वाद लिया, चल सही तुहानूं, पर जिहड़ी वीडियो तुहानूं मैं दिखाण लगा ना, इन्हूं एक बार तुसीं गौर दे नाल सुनना है। ये खबरां ने, एक न्यूज़ एंकर सहाफ़ी जिहड़ी है ना, उन्हें पाकिस्तान के बारे जी गल की ना, यकीन करो चस नूं भी चस आ गई है। मेरा मिजाज नहीं, मैं कभी इदां दी वीडियो बनाई नहीं, पर एक मरतबा मैं बना रहा, जरा देखना, फिर आखिर तुसीं अपनी राय का इजहार कमेंट बॉक्स अंदर लाजमी करना। वीडियो देखो जरा। ਤੇ ਇਹ ਤਾਂ ਪਾਕਿਸਤਾਨ ਦੀ ਸਕਸੈਸ ਸੀਗੀ। ਇਹ ਪਾਕਿਸਤਾਨ ਬੜੀ ਸਕਸੈਸਫੁਲੀ ਜਿਹੜੀ ਆਪਣੀ ਸਟ੍ਰੈਟੇਜੀ ਦੁਨੀਆ ਨੂੰ ਦੱਸ ਰਿਹਾ ਹੈ। ਜਿਹਦਾ ਪਾਕਿਸਤਾਨ ਨੇ ਕੱਲ ਵੀ ਜਿਹੜੇ ISPR ਹੈਗੇ ਸੀ, ਜਨਰਲ ਸ਼ਰੀਫ, ਉਹਨਾਂ ਨੇ ਕੀ ਕਿਹਾ ਕਿ ਅਸੀਂ ਹਲੇ ਵਾਰ ਕਰਨਾ ਹੈ ਤੇ ਅਸੀਂ ਜਿੱਥੋਂ ਕਰਾਂਗੇ ਤੇ ਪੂਰੀ ਦੁਨੀਆ ਦੱਸੇਗੀ ਕਿ ਇਹ ਹਮਲਾ ਹੋਇਆ ਹੈ। ਮੋਦੀ ਮੀਡੀਆ ਸਾਨੂੰ ਨਾ ਦੱਸੇ ਕਿ ਅਸੀਂ ਕੀ ਕੀਤਾ ਹੈ ਜਾਂ ਅਸੀਂ ਕੀ ਕਰਾਂਗੇ। ਜਦੋਂ ਅਸੀਂ ਕੋਈ ਵਾਰ ਕਰਾਂਗੇ ਤੇ ਪੂਰਾ ਇੰਟਰਨੈਸ਼ਨਲ ਦੁਨੀਆ ਦੱਸੇਗਾ ਕਿ ਹਮਲਾ ਹੋਇਆ ਹੈ ਤੇ ਪਾਕਿਸਤਾਨ ਨੇ ਹਮਲਾ ਕੀਤਾ ਹੈ। ਤੇ ਇਹ ਵਾਜ਼ਿਹ ਪੈਗਾਮ ਦੇ ਰਿਹਾ ਪਾਕਿਸਤਾਨ ਕਿ ਜਿਹੜਾ ਤੁਸੀਂ ਕਾਰਵਾਈ ਕਰ ਰਹੇ ਹੋ, ਅਸੀਂ ਉਹ ਕਿਸ ਤਰ੍ਹਾਂ ਜਵਾਬ ਦੇ ਰਹੇ ਹਾਂ। ਉਹ ਵੀ ਫੇਲੀਅਰ ਇਜ਼ਰਾਈਲ ਦਾ ਜਿਹੜੇ ਉਹਨਾਂ ਨੇ ਮੰਨਿਆ ਹੋਇਆ ਕਿ ਜੀ ਸਾਡੇ ਬਹੁਤ ਤਾਕਤਵਰ ਡਰੋਨ ਹੈਗੇ ਨੇ, ਸਾਡੇ ਡਰੋਨ ਇਹ ਕਰ ਸਕਦੇ ਨੇ, ਸਾਡੇ ਡਰੋਨ ਦੇਖਿਓ ਜਿੱਥੇ ਅੱਗੇ ਮੁਖਾਲਿਫ ਕਮਜ਼ੋਰ ਹੋਵੇ ਉਹਦੇ ਤੋਂ ਤੁਸੀਂ ਭਾਵੇਂ ਮੈਂ ਕਹਿੰਦੇ ਨੇ ਸੋਟੀ ਵੀ ਮਾਰ ਲਓ ਤੇ ਉਹਦਾ ਵਿਚਾਰਾ ਮਰ ਜਾਵੇਗਾ ਨਾ। ਤਾਂ ਜਦੋਂ ਤਾਕਤਵਰ ਅੱਗੇ ਪਾਕਿਸਤਾਨ ਵਰਗਾ ਮੁਲਕ ਹੋਵੇ, ਜਿਹਨੂੰ ਆਪਣੀ ਸਾਲਮੀਅਤ ਦੀ ਹਿਫਾਜ਼ਤ ਕਰਨੀ ਆਂਦੀ ਹੋਵੇ, ਜਿਹਨੂੰ ਆਪਣੀ ਧਰਤੀ ਵਾਸਤੇ ਜਿਹੜਾ ਖੂਨ ਵੀ ਬਹਾਨਾ ਆਂਦਾ ਹੋਵੇ, ਉਹਦੇ ਨਾਲ ਲੜ ਕੇ ਅਗਰ ਤੁਸੀਂ ਜਿੱਤ ਸਕੋ ਤਾਂ ਫੇਰ ਹੀ ਤੁਹਾਨੂੰ ਮਜ਼ਾ ਆਂਦਾ ਹੈ। ਵਰਨਾ ਤੁਹਾਡਾ ਜਿੰਨਾ ਮਰਜ਼ੀ ਮਹਿੰਗਾ ਜਹਾਜ਼ ਹੋਵੇ, ਜਿੰਨੀ ਮਰਜ਼ੀ ਹਾਈ ਫਾਈ ਲੇਟੈਸਟ ਟੈਕਨੋਲੋਜੀ ਹੋਵੇ, ਉਹ ਜ਼ੀਰੋ ਹੋ ਰਹੀ ਹੈ। ਤੇ ਇਹਦਾ ਮਤਲਬ ਹੈ ਕਿ ਸਾਹਮਣੇ ਖੜਾ ਜਿਹੜਾ ਪਾਕਿਸਤਾਨ ਹੈਗਾ ਉਹਨੂੰ ਤੁਸੀਂ ਬਹੁਤ ਹਲਕੇ ਚ ਲੈ ਰਹੇ ਸੀ ਤੇ ਪਾਕਿਸਤਾਨ ਨੇ ਪ੍ਰੂਫ ਕੀਤਾ ਕਿ ਹੱਲੇ ਅਸੀਂ ਹਮਲਾ ਨਹੀਂ ਕੀਤਾ। ਨੇ ਕਿ ਜਿੰਨੀ ਮਰਜ਼ੀ ਚੰਗੀ ਗੱਡੀ ਹੋਵੇ ਤੇ ਜਿੰਨਾ ਮਰਜ਼ੀ ਚੰਗਾ ਜਹਾਜ਼ ਹੋਵੇ, ਜਦੋਂ ਚਲਾਉਣ ਵਾਲਾ ਹੀ ਬੇਕਾਰ ਹੋਵੇਗਾ ਤੇ ਉਹ ਵਿਚਾਰੇ ਦੀ ਬੇਇੱਜ਼ਤੀ ਹੋਏਗੀ। ਤੇ ਇਹ ਹੋਇਆ ਐਕਚੁਅਲੀ। ਅਸੀਂ ਇਹ ਨਹੀਂ ਕਹਿ ਰਹੇ ਕਿ ਰਾਫੇਲ ਜਿਹੜਾ ਬੜਾ ਬੇਕਾਰ ਹੈਗਾ ਸੀ, ਐਕਚੁਅਲੀ ਉਹਨਾਂ ਦੇ ਚਲਾਉਣ ਵਾਲਿਆਂ ਵਿੱਚ ਇੰਨੇ ਗਟਸ ਨਹੀਂ ਸੀ ਹੈਗੇ, ਇੰਨੀ ਟੈਕਨੋਲੋਜੀ ਨੂੰ ਮੇਰੇ ਖਿਆਲ ਸੇ ਉਹਨੇ ਵੈਲ ਅਵੇਅਰ ਨਹੀਂ ਸੀ ਹੈਗੇ। ਵਰਨਾ ਜਿਹੜੇ ਪਾਕਿਸਤਾਨ ਨੇ ਪੁਰਾਣੀਆਂ ਜੰਗਾਂ ਲੜੀਆਂ ਨੇ, ਉਹਦੇ ਵਿੱਚ ਪੁਰਾਣੇ ਜਹਾਜ਼ਾਂ ਦੇ ਨਾਲ ਇੰਡੀਆ ਦੇ ਵੱਡੇ ਵੱਡੇ ਜਹਾਜ਼ ਦਿਖਾ ਦਿੱਤੇ ਸੀ। ਤੇ ਇਹ ਦੇਖੋ ਜਜ਼ਬਾ ਚਾਹੀਦਾ ਹੁੰਦਾ ਹੈ, ਡਿਟਰਮੀਨੇਸ਼ਨ ਚਾਹੀਦੀ ਹੁੰਦੀ ਹੈ। ਜਿਹੜਾ ਉਹ ਡੀਪ ਇੰਨੇ ਆ ਤਕਰੀਬਨ 150 ਕਿਲੋਮੀਟਰ ਬਾਰਡਰ ਤੋਂ ਹੋਣਾ ਆ ਤੇ ਉੱਥੇ 에ਅਰਪੋਰਟ ਦੇ ਕੋਲ ਉਹ ਗਿਰਿਆ ਆ, ਜਿਹੜਾ ਇੱਕ ਜਹਾਜ਼ ਗਿਰਿਆ, ਮਿਜ਼ਾਈਲ ਵੱਜੀ ਆ। ਇਹਦਾ ਮਤਲਬ ਇਹ ਆ ਵੀ ਉਹ ਭੱਜ ਰਿਹਾ ਸੀ, ਉਹ ਜ਼ਿਆਦਾ ਨਹੀਂ ਸੀ ਰਿਹਾ ਪਾਕਿਸਤਾਨ ਵੱਲ ਨੂੰ, ਪਾਕਿਸਤਾਨ ਤੋਂ ਭੱਜ ਕੇ ਵਾਪਸ ਆ ਰਿਹਾ ਸੀ। ਉਹਦੇ ਮਿਜ਼ਾਈਲ ਜਿਹੜੀ ਆ ਉਹ ਆ ਕੇ ਵੱਜੀ। ਉਹ ਵੀਡੀਓ ਸਾਡੇ ਸੋਸ਼ਲ ਮੀਡੀਆ ਤੇ ਘੁੰਮਦੀਆਂ ਪਈਆਂ, ਬਠਿੰਡੇ ਮੁੰਡੇ ਉਹਨਾਂ ਉੱਤੇ ਚੜੇ ਹੋਏ ਆ, ਉਹ ਕਹਿੰਦੇ ਸਮਾਨ ਕੱਢ ਲਓ, ਕੋਈ ਕਹਿੰਦਾ ਪਿੱਤਲ ਕੱਢ ਲਓ, ਪਿੱਤਲ ਵੇਚ ਦਿਓ ਇਹਦਾ, ਕੋਈ ਕਹਿੰਦਾ ਲੋਹਾ ਵਿਕਦਾ 5000 ਰੁਪਏ ਕਿਲੋ ਕੱਢ ਲਓ। ਸੋ ਉਸ ਤਰ੍ਹਾਂ ਉਹ ਚੱਲਦਾ ਪਿਆ। ਸੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਸਮਾਨ ਚ ਪ੍ਰੋਬਲਮ ਨਹੀਂ ਹੈਗੀ, ਪਰ ਚਲਾਉਣ ਵਾਲਾ ਬੰਦਾ ਵੀ ਸਹੀ ਚਾਹੀਦਾ ਨਾ। ਉਹਦੇ ਜਾਣਬੁੱਝ ਕੇ ਪਰਪਸਲੀ ਇਹਨਾਂ ਨੂੰ ਲਿਵਰੇਜ ਦਿੱਤੀ ਜਾ ਰਹੀ ਹੈ ਕਿ ਅਗਰ ਤੁਸੀਂ ਲੜਨਾ ਚਾਹ ਰਹੇ ਹੋ ਤਾਂ ਲੜ ਕੇ ਵੇਖ ਲਓ। ਤੇ ਡੈਫੀਨਿਟਲੀ ਅਗਰ ਚਾਈਨਾ ਦਾ ਜਾਂ ਅਮਰੀਕਾ ਦਾ ਜਾਂ ਦੂਸਰੇ ਯੂਰਪ ਦਾ ਦਿੱਤਾ ਹੋਇਆ ਅਸਲਾ ਟੈਸਟ ਨਹੀਂ ਹੋਏਗਾ ਤਾਂ ਉਹਦੀ ਮਾਰਕੀਟ 'ਚ ਵੈਲਿਊ किस तरह बनेगी या किस तरह वैल्यू दी डी डाउन किस तरह होएगी। ते पर्पसली मैं पहले भी कहा कि पर्पसली इन्हां नूं खुला हाथ दिता जा रहा है कि तुसी लड़ के वेख लवो। लेकिन यह गल तुसी कह रहे हो कि लंबी जंग चलेगी, मैनूं नहीं लगता कि लंबी चलेगी। हाँ, जेडे मोदी दे अजाइम ने ना वो बड़े खतरनाक है ने, ते मैनूं डर है कि किते मोदी नूं यके बाद दीगरे शिकस्त दी वजह नाल ओ किते न्यूक ते वल ना चला जावे। मैनूं होर ऐसा कुछ नहीं हैगा। मैनूं पता है कि जिस तरह पाकिस्तान जेड़ा उन्हां नूं अपने डिफेंसिव होंदे होए भी उन्हां दे मूंह जवाब दे रहा, हर ओदे जो भी वार करता है ओदा जवाब दिता जाता है। और पाकिस्तान ने बड़ा क्लियरली कहा धर्मशाला नूं ना किसी दी मस्जिद ना मंदिर, हम किसी भी चीज नूं अटैक नहीं करांगे, ना सिविलियंस नूं अटैक करांगे, ना गुरुद्वारे नूं अटैक करांगे। साडा टारगेट फुली फोकस जो है वो आर्मी बेसिस होंगी। तो ਉਹਦੇ ਨਾਲ ਤੁਸੀਂ ਹੁਣ ਅੰਦਾਜ਼ਾ ਲਗਾ ਲਓ ਕਿ ਪਾਕਿਸਤਾਨ ਤੇ ਬੜਾ ਵੈਲ ਪ੍ਰੀਪੇਅਰਡ ਹੈ ਕਿ ਉਹਨੇ ਹਮਲਾ ਕਰਨਾ ਹੈ ਤੇ ਕਿੱਥੇ ਕਰਨਾ ਹੈ। ਹੁਣ ਇੰਡੀਆ ਦੀ ਕੋਸ਼ਿਸ਼ ਹੈਗੀ ਸੀ ਕਿ ਉਹ ਟੈਸਟ ਕਰ ਰਿਹਾ ਸੀ ਆਪਣੇ ਜਹਾਜ਼ਾਂ ਨੂੰ, ਆਪਣੇ ਦਿੱਤੇ ਹੋਏ ਅਸਲੇ ਨੂੰ, ਕਿ ਦੇਖਾਂਗੇ ਕਿ ਚਾਈਨਾ ਜਿਹੜਾ ਕਿੰਨੇ ਤੱਕ ਜਾਂਦਾ ਹੈ, ਚਾਈਨਾ ਦਾ ਜਿਹੜਾ ਦਿੱਤਾ ਹੋਇਆ ਮਾਲ ਹੈ ਉਹ ਕਿੰਨਾ ਕੰਮ ਕਰ ਰਿਹਾ ਹੈ। ਵੱਡਾ ਚੌਧਰੀ ਇਹ ਦੇਖਣਾ ਚਾਹ ਰਿਹਾ ਸੀ। ਜਦੋਂ ਯਕੇ ਬਾਅਦ ਦੀਕਰੇ ਦੇਖੋ, ਜਦੋਂ ਜੰਗ ਲੱਗਦੀ ਹੈ ਨਾ ਉਹ ਫਿਰ ਪਲਾਨ ਦੇ ਤਹਿਤ ਨਹੀਂ ਚੱਲਦੀ। ਕਦੀ ਕਦੀ ਜੰਗ ਜਿਹੜੀ ਹੱਥੋਂ ਬਾਹਰ ਵੀ ਹੋ ਜਾਂਦੀ ਹੈ। ਤੇ ਮੈਨੂੰ ਖਦਸ਼ਾ ਇਹ ਹੈਗਾ ਕਿ ਕਿਤੇ ਜੰਗ ਜਿਹੜੀ ਯਕੇ ਬਾਅਦ ਦੀਗਰੇ ਭਾਰਤ ਜਿਹੜੀ ਆਪਣੀ ਸ਼ਿਕਸਤ ਨੂੰ ਵੇਖਦੇ ਹੋਇਆ ਨਿਊਕ ਨਾ ਯੂਜ਼ ਕਰ ਲਵੇ, ਕੋਈ ਖਤਰਨਾਕ ਜਿਹੜੀ ਚੀਜ਼ ਹੈ ਉਹ ਨਾ ਯੂਜ਼ ਕਰ ਲਵੇ, ਤੇ ਫਿਰ ਜੰਗ ਕਿਸੇ ਦੇ ਕੰਟਰੋਲ 'ਚ ਨਹੀਂ ਰਹੇਗੀ। ਅਗਰ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੇ ਅਸੀਂ ਜਿਹੜਾ ਇੱਕ ਸਟੇਜ ਕੀਤਾ ਸਕ੍ਰਿਪਟਡ ਚੀਜ਼ਾਂ ਉਹਦੇ ਮੁਤਾਬਿਕ ਚੱਲੇਗੀ, ਆਈ ਵਿਸ਼ ਕਿ ਉਹਨਾਂ ਨੇ ਜਿਹੜਾ ਸਕ੍ਰਿਪਟ ਜਿਹੜਾ ਉਹਨਾਂ ਨੂੰ ਲੱਗਦਾ ਵੱਡੇ ਚੌਧਰੀ ਨੂੰ ਕਿ ਅਸੀਂ ਕੀਤਾ ਉਹਦੇ ਮੁਤਾਬਿਕ ਹੀ ਚੱਲੇਗੀ ਤੇ ਬਿਹਤਰ ਗੱਲ ਹੈਗੀ। ਲੇਕਿਨ ਅਗਰ ਗੱਲ ਫੈਲ ਗਈ ਤੇ ਫਿਰ ਵੱਡੇ ਚੌਧਰੀ ਦੀ ਵੀ ਜਿਹੜੇ ਕੰਟਰੋਲ ਵਿੱਚ ਗੱਲ ਨਹੀਂ ਰਹੇਗੀ, ਜੰਗ ਬਹੁਤ ਜ਼ਿਆਦਾ ਫੈਲ ਸਕਦੀ ਹੈ। ਲੇਕਿਨ ਅਗਰ ਇਹ ਸਿਚੁਏਸ਼ਨ ਵੇਖੀ ਜਾਏ ਤਾਂ ਮੈਨੂੰ ਨਹੀਂ ਲੱਗਦਾ ਜੰਗ
ज्यादा लंबी चलेगी, होर 10 दिनों के बाद डिफ्यूज हो जाएगी। ख्वाब वेखन विच कोई बुराई नहीं हैगी, पर ख्वाब हकीकत बनते ने, ए तुहानू नजर आ रहा है कि हकीकत नहीं बन सकते। जिहड़ी तुसीं गल कीती है ना, मैं अगर मैं मनदी कि जिहड़े पाकिस्तान दे आर्मी चीफ, जिहड़ी पाकिस्तान दी फोर्सिस हैगी ने, वो कंप्रोमाइज ने खुदा ना खास्ता, या वो नहीं चाहते जंग करना, ते फिर ते मैं कह सकदी कि पाकिस्तान लड़ना ही नहीं चाहता, तो जो भारत करना चाहता वो करके वेख लवे, वो उन्होंने अचीव कर सकता सी। पर इस वक्त जिहड़ी पाकिस्तान दे विच आर्मी दी एस्टैब्लिशमेंट दी जिहड़ी लीडरशिप हैगी है, जिहड़ा पाकिस्तान दे आर्मी चीफ हैगे ने जनरल आसिम मुनीर, वो बहुत प्योर प्योर हार्टेड प्योर पाकिस्तानी हैगे ने। ਉਹ ਪਾਕਿਸਤਾਨ ਉਹਨਾਂ ਦਾ ਇੱਕ ਹੀ ਅਜ਼ਮ ਹੈਗਾ ਕਿ ਜਿਹਨੇ ਵੀ ਪਾਕਿਸਤਾਨ ਵੱਲ ਵੇਖਿਆ ਉਹਨੂੰ ਡਬਲ ਟ੍ਰਿਪਲ ਜਵਾਬ ਮਿਲੇਗਾ। ਉਹਨਾਂ ਨੇ ਕਿਹਾ ਅਸੀਂ ਅਮਨ ਜ਼ਰੂਰ ਚਾਹਨੇ ਆ, ਮਗਰ ਅਮਨ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਏ। ਤਾਂ ਸਭ ਤੋਂ ਪਹਿਲੇ ਇਹੀ ਗੱਲ ਕਿ ਅਗਰ ਤੇ ਸਾਹਮਣੇ ਬੈਠੇ ਵਾਲਾ ਸ਼ਖਸ ਜਿਹੜਾ ਹੈ ਉਹ ਤੁਹਾਡੀਆਂ ਬੌਂਗੀਆਂ ਬਰਦਾਸ਼ਤ ਕਰ ਲੇਗਾ, ਤੁਹਾਡੇ ਜਿਹੜੇ ਭੁੱਖੇ ਨੰਗੇ ख्वाब ਨੇ ਕਿ ਅਸੀਂ ਇਹਦੇ ਤੇ ਕਬਜ਼ਾ ਉਹ ਹੋਣ ਦੇਵੇਗਾ, ਇਹ ਨਹੀਂ ਹੋ ਸਕਦਾ। ਦੇਖੋ ਜੀ, ਕਸ਼ਮੀਰ ਵੱਲ ਤੁਸੀਂ ਕਹਿੰਦੇ ਹੋ ਕਬਜ਼ਾ, ਉਹ ਬਹੁਤ ਦੂਰ ਦੀ ਗੱਲ ਹੈ। ਇਹ ਜੰਗ ਵਧੀ ਤੇ ਮੈਨੂੰ ਤਾਂ ਇੰਜ ਲੱਗਦਾ ਹੈ ਜਿਹੜਾ ਮਕਬੂਜ਼ਾ ਕਸ਼ਮੀਰ ਹੈ, ਜਿਹਦੇ ਤੋਂ ਥਰੂ ਉਹਨਾਂ ਨੇ ਪਾਕਿਸਤਾਨ ਤੇ ਹਮਲੇ ਕੀਤੇ, ਉਹ ਹੀ ਨਾ ਦੇਣਾ ਪੈ ਜੇ। ਤੇ ਇਹ ਜੰਗ ਮੋਦੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਚੱਲ ਗਿਆ ਇਹਨਾਂ 4 ਦਿਨਾਂ ਦੇ ਵਿੱਚ ਕਿ ਅਸੀਂ ਜਿਹੜੇ ਸਮਝ ਰਹੇ ਸੀ ਉਹ ਓਨੀ ਆਸਾਨ ਨਹੀਂ ਹੈਗੀ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਸੀ ਪੈਕ, ਉਹ ਤੇ ਬਹੁਤ ਦੂਰ ਦੀ ਗੱਲ ਹੈਗੀ, ਉਹ ਤੇ ਪਾਕਿਸਤਾਨ ਦਾ ਹਿੱਸਾ ਹੈਗਾ ਹਲੇ। ਤੇ ਜਿਹੜੇ ਕਸ਼ਮੀਰ ਜਿਹੜੇ ਨੇ, ਕਸ਼ਮੀਰ ਦੇ ਥਰੂ ਜਿਹੜਾ ਜਵਾਬ ਸੀ ਪੈਕ ਵਾਲੇ ਹਲੇ ਬਾਅਦ ਵਿੱਚ ਸੋਚੇ, ਹਲੇ ਦੇਖੇ ਕਿ ਪਾਕਿਸਤਾਨ ਨੇ ਉਹਨਾਂ ਤੇ ਹਮਲਾ ਕਰਨਾ ਹੈ ਤਾਂ ਉਹਦਾ ਨੁਕਸਾਨ ਇਹਨਾਂ ਨੂੰ ਕਿੰਨਾ ਹੋਣਾ ਹੈ। ਹਲੇ ਇੰਡੀਆ ਨੂੰ ਉਹ ਫਿਕਰ ਕਰਨੀ ਚਾਹੀਦੀ ਹੈ। ख्वाब देखन जो बुराई कोई नहीं है, पर मेरे ख्याल से नींद चो उठ जाना चाहिए। 4 दिन काफी होंगे ने ख्वाबे खरगोश विच रहन दे। ते इंडिया नूं बड़ी चंगी तरह, पूरी दुनिया नूं बड़ी चंगी तरह पता चल गया है कि अगर पाकिस्तान इंडिया दी ताकत नूं रोक सकता है तो सोचो जो वो खुद हमला करेगा तो वो कितना एग्रेसिव होवेगा। एक गल ऐड करना चाहेंगी कि मैनूं नहीं लगता कि पाकिस्तान चाइना दी जंग लड़ रहा है, क्योंकि फोर्सफुली पाकिस्तान नूं जंग वल धकेलिया जा रहा है। पहलगाम दे विच एक स्टेज ड्रामा करके भारत ने जानबूझ के पाकिस्तान ते इल्जाम लाया ते पूरी दुनिया नूं दस्सिया कि पाकिस्तान ने हमला किया है। पाकिस्तान वाले जंग थोपी जा रही है। पाकिस्तान किसी दी भी जंग नहीं लड़ रहा, ना वो चाइना है तो ना कोई अमेरिका है तो ना कोई फलस्तीन है, ना किसी। पाकिस्तान अपनी सालमियत दी जंग लड़ रहा है। पाकिस्तान नू बार बार कह रहे हैं पाकिस्तान के असी पुरअमन मुल्क है, लेकिन अगर साडे अमन नू तुसी कमजोरी समझोगे तो असी 1000 गुना वापस जेड़ा जवाब देवांगे। ते इस गल नाल मैं एग्री नहीं करती कि पाकिस्तान जेड़ा है चाइना दी जंग लड़ रहा है। पाकिस्तान अपनी सालमियत दी, अपने दिफा दी जंग लड़ रहा है। पाकिस्तान ये मता लेके आऊगा, इदू वधिया उस खिते च फ्रेंडशिप होर हो की सकती है। मैं चाहता हूँ एक गल विच ऐड कर दवां कि असी पूरी तरह से जो तुहाडी खालिस्तान दी डिमांड है, मेरे ख्याल से मैं बहुत सारे तुहाडे इत्थे लंदन विच भी जेडे मुजाहरे होए ने ओदे वेखे पाकिस्तानी जाके सपोर्ट कर। जी नाजरीन, तुसां सारियां खबरां मैनूं उम्मीद है कि सुन लियां होणगीਆਂ। एक गल ते है कि अल्लाह ताला दे फजल करम दे नाल साडी आर्मी ने साडियां नींदां दे अंदर खलल नहीं आन दिता। असी जिद्दां उठ रहे उदां ही उठ रहे, जिद्दां सो रहे उदां ही सो रहे, जिद्दां साडा रोजमर्रा दे कम शम चल रहे, सिलसिला उस तरह ही चल रहा है। मुल्क पाकिस्तान ते खास अल्लाह ताला दा फजल है, नबी पाक अलैहिस्सलाम दी निगाहे करम है। एक इंडिया, कई इंडिया इकट्ठे हो जान, पूरी दुनिया दियां बातुल कुव्वतां इकट्ठियां हो जान, अल्लाह ताला दे फजल करम दे नाल मुल्क पाकिस्तान दा एक बाल भी विंगा नहीं कर सकते। ते उन्हां असीं फौजियां नूं सलाम पेश करना चाहते हैं कि जिन्हां ने अपनियां जानां इंज अपनियां तलियां ते रख के ते साडा दिफा कीता है, पाकिस्तान दीयां सरहदां दी हिफाजत कीती है। अल्लाह ताला दे फजल करम दे नाल मुल्क पाकिस्तान कल भी जिंदाबाद सी, अज भी जिंदाबाद है, इंशाअल्लाह ता क़यामत ये जिंदाबाद रहेगा। इस मुल्क पाकिस्तान के अंदर अल्लाह के फजल करम दे नाल अजाना, नमाजा, दरूदो सलाम, नबी पाक अलैहिस्सलाम दियां हदीसां, कुरान इंशाअल्लाह डंकी दी चोर ते बयान होंदियां रहणगियां, लोग सनाखानी करदे रहणगे, हुजूर दा जिक्र हुंदा रहेगा अल्लाह ताला दे फजल करम दे नाल। इंशाअल्लाह अल्लाह ताला दे फजल करम दे नाल हमेशा हमेशा वास्ते पाकिस्तान जिंदाबाद है, पाइंदाबाद है। तुसीं अपनी राय दा इज़हार कमेंट बॉक्स अंदर जरूर करिया जे। अस्सलाम वालेकुम रहमतुल्लाहि व बरकातहू।